ਹੈਲੋ ਸਟੂਡੈਂਟਸ, ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਆਪਰੇਟਰਸ ਇਨ ਸੀ ਲੈਂਗੁਏਜ। ਲਾਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਬੇਸਿਕ ਡਾਟਾ ਟਾਈਪ ਆਫ ਸੀ ਲੈਂਗੁਏਜ, ਜਿਹਦੇ ਵਿੱਚ ਆਪਾਂ ਵੈਰੀਏਬਲ ਕ੍ਰੀਏਟ ਕੀਤੇ ਸੀ ਤੇ ਵੈਰੀਏਬਲ ਦੇ ਜਿਹੜੇ ਟਾਈਪ ਹੈ, ਕਿਸ ਤਰ੍ਹਾਂ ਦੀ ਵੈਲਿਊ ਉਹ 'ਚ ਸਟੋਰ ਹੁੰਦੀ ਹੈ, ਉਹ ਆਪਾਂ ਡਿਸਕਸ ਕੀਤਾ ਸੀ। ਅੱਜ ਦੇ ਇਸ ਵੀਡੀਓ ਦੇ ਵਿੱਚ ਉਹਨਾਂ ਵੈਰੀਏਬਲਸ ਦੇ ਉੱਤੇ ਆਪਾਂ ਕਿਹੜੇ ਆਪਰੇਸ਼ਨ ਪਰਫਾਰਮ ਕਰ ਸਕਦੇ ਆ ਉਹ ਕਰਾਂਗੇ। ਆਪਰੇਟਰਸ ਕੀ ਹੁੰਦੇ ਆ? ਆਪਰੇਟਰ ਦੀ ਡੈਫੀਨੇਸ਼ਨ ਆਪਾਂ ਸਭ ਨੂੰ ਪਹਿਲਾਂ ਕਰਦੇ ਹਾਂ ਬੇਟੇ। ਆਪਰੇਟਰਸ ਹੁੰਦੇ ਆ ਸਪੈਸ਼ਲ ਇੱਕ ਤਰ੍ਹਾਂ ਦੇ ਸਿੰਬਲਸ ਹੈਗੇ ਆ ਜਿਨ੍ਹਾਂ ਦੇ ਨਾਲ ਆਪਾਂ ਕੋਈ ਵੀ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ ਵੈਰੀਏਬਲਸ ਦੇ ਉੱਤੇ। ਹੁਣ ਮੰਨ ਲਓ ਕਿ ਆਪਾਂ 10 + 20 ਕਰਨਾ ਹੈ, ਇਹਦਾ ਮਤਲਬ ਹੈ ਆਪਾਂ ਇੱਕ ਮੈਥਮੈਟੀਕਲ ਆਪਰੇਸ਼ਨ ਜਿਹੜਾ ਐਡੀਸ਼ਨ ਦਾ ਉਹ ਪਰਫਾਰਮ ਕਰ ਰਹੇ ਹਾਂ ਆਪਣੇ ਵੈਰੀਏਬਲਸ ਦੇ ਉੱਤੇ। ਵੈਰੀਏਬਲ ਆਪਣੇ ਕਿਹੜੇ ਆ? 10 ਤੇ 20। ਤਾਂ ਸਭ ਨਾਲ ਪਹਿਲਾਂ ਆਪਾਂ ਆਪਰੇਟਰ ਦੀ ਡੈਫੀਨੇਸ਼ਨ ਕਰਦੇ ਹਾਂ ਬੱਚੇ। ਆਪਰੇਟਰ ਇੱਕ ਤਰ੍ਹਾਂ ਦੇ ਸਿੰਬਲ ਨੇ ਦੈਟ ਟੈਲਸ ਦਾ ਕੰਪਾਈਲਰ ਟੂ ਪਰਫਾਰਮ ਸਪੈਸੀਫਿਕ ਪਰਟੀਕੂਲਰ ਮੈਥਮੈਟੀਕਲ ਔਰ ਲੌਜੀਕਲ ਫੰਕਸ਼ਨਸ। ਆਪਰੇਟਰ ਇੱਕ ਤਰ੍ਹਾਂ ਦੇ ਸਿੰਬਲ ਹਨ ਜੋ ਸੀ ਦੇ ਕੰਪਾਈਲਰ ਨੂੰ ਇਹ ਦੱਸਦੇ ਨੇ ਕਿ ਕਿਹੜਾ ਮੈਥਮੈਟੀਕਲ ਜਾਂ ਕੋਈ ਲੌਜੀਕਲ ਆਪਰੇਸ਼ਨ ਪਰਫਾਰਮ ਕਰਨਾ ਹੈ। ਸੀ ਲੈਂਗੁਏਜ ਦੇ ਵਿੱਚ ਇਨਬਿਲਟ ਫੰਕਸ਼ਨ ਆਪਰੇਟਰ ਕਾਫੀ ਨੇ, ਜਿਹਦੇ ਵਿੱਚੋਂ ਨੀਚੇ ਜਿਹੜੇ ਟਾਈਪ ਦੇ ਆਪਰੇਟਰ ਆਪਾਂ ਲਿਖੇ ਆ: ਅਰਥਮੈਟਿਕ ਆਪਰੇਟਰ, ਰਿਲੇਸ਼ਨਲ ਆਪਰੇਟਰ, ਲੌਜੀਕਲ ਆਪਰੇਟਰ, ਬਿਟਵਾਈਜ਼ ਆਪਰੇਟਰ, ਅਸਾਈਨਮੈਂਟ ਆਪਰੇਟਰ, ਸਾਈਜ਼ ਆਫ ਆਪਰੇਟਰ ਤੇ ਕੰਡੀਸ਼ਨਲ ਆਪਰੇਟਰ। ਇਹ 7 ਤਰ੍ਹਾਂ ਦੇ ਆਪਰੇਟਰ ਆਪਾਂ ਸੀ ਲੈਂਗੁਏਜ ਦੇ ਵਿੱਚ ਯੂਜ਼ ਕਰਾਂਗੇ, ਜਿਹਦੇ ਵਿੱਚੋਂ ਆਪਾਂ ਸਾਈਜ਼ ਆਫ ਆਪਰੇਟਰ ਕਰ ਚੁੱਕੇ ਹਾਂ। ਅਤੇ ਕੱਲ੍ਹ ਜਿਹੜਾ ਪ੍ਰੋਗਰਾਮ ਆਪਾਂ ਕੀਤਾ ਸੀ ਉਹ ਕੀਤਾ ਸੀ ਆਪਾਂ ਅਰਥਮੈਟਿਕ ਆਪਰੇਟਰਸ ਦਾ। ਅੱਜ ਆਪਾਂ ਰਿਵੀਜ਼ਨ ਕਰਦੇ ਹਾਂ, ਦੁਬਾਰਾ ਡਿਸਕਸ ਕਰਦੇ ਹਾਂ। 3 ਤਰ੍ਹਾਂ ਦੇ 3 ਕਾਈਂਡ ਆਫ ਇਹ ਜਿਹੜੇ ਆਪਾਂ 7 ਆਪਰੇਟਰ ਕੀਤੇ, ਉਹ 7 ਆਪਰੇਟਰ 3 ਕੈਟਾਗਰੀ ਦੇ ਵਿੱਚ ਡਿਵਾਈਡ ਹੁੰਦੇ ਆ। ਪਹਿਲੀ ਕੈਟਾਗਰੀ ਹੈ ਬੇਟਾ ਯੂਨਰੀ ਆਪਰੇਟਰ। ਯੂਨਰੀ ਆਪਰੇਟਰ ਕਿਹੜੇ ਹੁੰਦੇ ਆ? ਯੂਨਰੀ ਆਪਰੇਟਰ ਉਹ ਹੁੰਦੇ ਹੈ ਜਿਨ੍ਹਾਂ ਨੂੰ ਪਰਫਾਰਮ ਕਰਨ ਦੇ ਲਈ ਆਪਾਂ ਨੂੰ ਇੱਕ ਵੈਰੀਏਬਲ ਚਾਹੀਦਾ ਹੈ, ਜਿਵੇਂ ਕਿ ਆਪਾਂ ਸਾਈਜ਼ ਆਫ ਆਪਰੇਟਰ ਕੀਤਾ ਸੀ। ਸਾਈਜ਼ ਆਫ ਆਪਰੇਟਰ ਦੇ ਵਿੱਚ ਸਾਈਜ਼ ਆਫ ਕਰਕੇ ਅੰਦਰ ਆਪਾਂ ਇੱਕ ਵੈਰੀਏਬਲ ਦਾ ਨਾਮ ਐਂਟਰ ਕੀਤਾ ਸੀ ਨਾ, ਸਾਈਜ਼ ਆਫ ਏ, ਬ੍ਰੈਕਟ 'ਚ ਏ ਪਾਇਆ ਸੀ। ਇਹਦਾ ਮਤਲਬ ਕੀ ਹੈ ਕਿ ਜਿਹੜੇ ਆਪਰੇਟਰ ਨੂੰ ਪਰਫਾਰਮ ਕਰਨ ਦੇ ਲਈ ਆਪਾਂ ਨੂੰ ਇੱਕ ਵੈਰੀਏਬਲ ਦੀ ਜ਼ਰੂਰਤ ਪਵੇ, ਉਹਨਾਂ ਨੂੰ ਆਪਾਂ ਯੂਨਰੀ ਬੋਲਦੇ ਆ। ਯੂਨਰੀ 1, ਬਾਈਨਰੀ ਬਾਏ 2, ਅਤੇ ਦੂਸਰੇ ਆ ਗਏ ਆਪਣੇ ਬਾਈਨਰੀ ਆਪਰੇਟਰ। ਬਾਏ ਮਤਲਬ 2, ਬਾਈਨਰੀ ਆਪਰੇਟਰ ਜਿਹੜੇ 2 ਆਪਰੈਂਡਸ ਦੇ ਉੱਤੇ 2 ਵੈਰੀਏਬਲਸ ਦੇ ਉੱਤੇ ਪਰਫਾਰਮ ਹੁੰਦੇ ਨੇ। ਫੋਰ ਐਗਜ਼ਾਮਪਲ ਅਰਥਮੈਟਿਕ ਆਪਰੇਟਰ, ਰਿਲੇਸ਼ਨਲ ਅਤੇ ਲੌਜੀਕਲ ਆਪਰੇਟਰ। ਇਹਨਾਂ ਦੇ ਵਿੱਚੋਂ ਆਪਾਂ ਅਰਥਮੈਟਿਕ ਕੀਤਾ ਹੋਇਆ, ਆਪਾਂ ਨੂੰ ਪਤਾ ਆਪਾਂ ਐਡੀਸ਼ਨ ਕਰਨੀ ਹੈ ਤਾਂ ਆਪਾਂ ਨੂੰ ਮਿਨੀਮਮ 2 ਵੈਰੀਏਬਲ ਚਾਹੀਦੀ ਹੈ, ਘੱਟ ਤੋਂ ਘੱਟ 2, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਆਪਾਂ ਸਬਟਰੈਕਸ਼ਨ ਕਰਨੀ ਹੈ, ਮਲਟੀਪਲੀਕੇਸ਼ਨ ਕਰਨੀ ਹੈ, ਡਿਵੀਜ਼ਨ ਕਰਨੀ ਹੈ, ਇਹਨਾਂ ਵਾਸਤੇ ਆਪਾਂ ਨੂੰ 2 ਆਪਰੇਟਰ ਚਾਹੀਦੇ ਹੈ, ਠੀਕ ਹੈ। 2 ਆਪਰੈਂਡ ਚਾਹੀਦੇ ਨੇ, ਹੈ ਨਾ, 2 ਵੈਰੀਏਬਲ ਚਾਹੀਦੇ ਨੇ, ਹੈ ਨਾ। ਤਾਂ ਇਹਨਾਂ ਨੂੰ ਆਪਾਂ ਬਾਈਨਰੀ ਆਪਰੇਟਰ ਬੋਲਾਂਗੇ। ਤੀਜੀ ਹੈਗੇ ਟਰਨਰੀ ਆਪਰੇਟਰ। ਉਹ ਆਪਰੇਟਰ ਜਿਨ੍ਹਾਂ ਨੂੰ ਪਰਫਾਰਮ ਕਰਨ ਦੇ ਲਈ 3 ਵੈਰੀਏਬਲ ਚਾਹੀਦੇ ਨੇ। ਫੋਰ ਐਗਜ਼ਾਮਪਲ ਕੰਡੀਸ਼ਨਲ ਆਪਰੇਟਰ। ਹੁਣ ਜਿਹੜੇ ਆਪਰੇਟਰ, ਜਿਵੇਂ ਆਪਾਂ ਇਹਨਾਂ ਦੇ ਵਿੱਚੋਂ ਸਾਈਜ਼ ਆਫ ਤੇ ਅਰਥਮੈਟਿਕ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਦਾ, ਬਾਕੀ ਆਪਰੇਟਰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਸਭ ਨਾਲੋਂ ਪਹਿਲਾਂ ਬੱਚੇ ਆ ਗਿਆ ਆਪਣੇ ਅਰਥਮੈਟਿਕ ਆਪਰੇਟਰ। ਅਰਥਮੈਟਿਕ ਆਪਰੇਟਰ ਜਿਹੜੇ ਆਪਰੇਟਰ ਮੈਥੇਮੈਟੀਕਲ ਕੈਲਕੂਲੇਸ਼ਨ ਕਰਨ, ਉਹਨਾਂ ਨੂੰ ਆਪਾਂ ਅਰਥਮੈਟਿਕ ਆਪਰੇਸ਼ਨ ਬੋਲਦੇ ਹਾਂ। ਹੁਣ ਇੱਥੇ ਆਪਣੇ ਕੋਲ A ਦੀ ਵੈਲਿਊ 20 ਹੈ, B ਦੀ ਵੈਲਿਊ ਹੈ 10, ਸੌਰੀ ਮੈਂ ਉਲਟਾ ਲਿਖ ਰੱਖਿਆ ਪੁੱਤ, ਇਹਨੂੰ ਕਰੈਕਟ ਕਰ ਲੈਣਾ। A ਦੀ ਵੈਲਿਊ 10 ਹੈ, B ਦੀ ਵੈਲਿਊ 20 ਹੈ। A ਦੀ ਵੈਲਿਊ ਕਿੰਨੀ ਹੈ? 10 ਹੈ, B ਦੀ ਵੈਲਿਊ ਕਿੰਨੀ ਹੈ? 20। ਉਲਟਾ ਕਰ ਲਿਓ ਪੁੱਤ, ਇਹ ਦੋਨੇ ਵੈਰੀਏਬਲ ਹਨ ਜਿਹੜੇ ਮੈਂ ਉਲਟੇ ਲਿਖ ਰੱਖੇ ਨੇ, ਤਾਂ ਤੁਸੀਂ ਇਹਨੂੰ ਪਲੀਜ਼ ਇੱਕ ਵਾਰ ਸੈੱਟ ਕਰ ਲਿਓ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਅਰਥਮੈਟਿਕ ਆਪਰੇਟਰਸ ਨੇ, ਅਰਥਮੈਟਿਕ ਆਪਰੇਟਰ ਉਹ ਆਪਰੇਟਰਸ ਨੇ ਜਿਹੜੇ ਮੈਥਮੈਟੀਕਲ ਕੈਲਕੂਲੇਸ਼ਨ ਪਰਫਾਰਮ ਕਰਦੇ ਨੇ। ਇਹਦੇ ਵਿੱਚੋਂ ਪਹਿਲੇ ਆਉਂਦਾ ਬੇਟਾ ਆਪਣਾ ਐਡੀਸ਼ਨ। ਇੱਥੇ ਸਿੰਬਲ ਲੱਗੇ ਹੋਏ ਆ ਅਤੇ ਨਾਲ ਉਹਨਾਂ ਦੀ ਡਿਸਕ੍ਰਿਪਸ਼ਨ ਲਿਖੀ ਹੈ, ਅਤੇ ਡਿਸਕ੍ਰਿਪਸ਼ਨ ਤੋਂ ਬਾਅਦ ਉਹਨਾਂ ਦਾ ਐਗਜ਼ਾਮਪਲ ਵੀ ਆਪਾਂ ਕੀਤਾ ਹੋਇਆ। 3 ਆਪਣੇ ਕਾਲਮ ਬਣੇ ਹੋਏ ਨਾ, 3 ਕਾਲਮ ਦੇ ਵਿੱਚ 3 ਚੀਜ਼ਾਂ ਡਿਸਕ੍ਰਾਈਬ ਕੀਤੀਆਂ। ਪਹਿਲਾ ਹੈਗਾ ਬੇਟਾ ਪਲੱਸ ਦਾ ਆਪਰੇਟਰ। ਪਲੱਸ ਦਾ ਆਪਰੇਟਰ ਕੀ ਕਰਦਾ? ਹੁਣ ਇੱਥੇ ਮੈਂ ਆਪਰੈਂਡ ਕੀਤਾ ਵਰਡ। ਆਪਰੇਟਰ ਦਾ ਮਤਲਬ ਹੁੰਦਾ ਸਿੰਬਲ, ਅਤੇ ਆਪਰੈਂਡ ਦਾ ਮਤਲਬ ਹੁੰਦਾ ਜਿਨ੍ਹਾਂ ਉੱਤੇ ਇਹ ਸਿੰਬਲ ਪਰਫਾਰਮ ਹੋਏਗਾ, ਉਹ ਵੈਰੀਏਬਲ ਨੂੰ ਆਪਾਂ ਇੱਥੇ ਆਪਰੈਂਡ ਬੋਲਿਆ ਹੈ, ਠੀਕ ਹੈ ਜੀ। ਇੱਥੇ ਜਿਹੜਾ ਮੈਂ ਆਪਰੈਂਡ ਲਿਆ ਨਾ, ਐਡ 2 ਆਪਰੈਂਡਸ, ਤਾਂ ਇਹ
दो ऑपरेंड ਨੂੰ ਭਾਵੇਂ ਉਹ 10 ਤੇ 20 ਵੈਲਿਊ ਹੈ, ਭਾਵੇਂ ਉਹ ਵੈਰੀਏਬਲ ਦਾ ਨਾਮ A ਤੇ B ਹੈ, ਕੁਝ ਵੀ ਲੱਗ ਸਕਦਾ। ਦੋ ऑपरेंड्स ਨੂੰ ਜੋੜਨ ਦਾ ਕੰਮ ਕਰਦਾ ਹੈ। ਜਿਵੇਂ ਫॉर एग्जांपल A + B ਕੀਤਾ, ਹੁਣ A ਦੀ ਵੈਲਿਊ 10 ਹੈ, B ਦੀ 20 ਹੈ, ਤਾਂ ਵੈਲਿਊ ਇਹਦੀ ਕਿੰਨੀ ਆ ਗਈ 30 ਆ ਗਈ। ਦੂਜਾ ਹੈਗਾ ਸਬਟਰੈਕਟ। ਸਬਟਰੈਕਟ ਦਾ ਮਤਲਬ ਕੀ ਹੁੰਦਾ ਹੈ, ਦੋ ऑपरेंड्स ਨੂੰ ਇੱਕ ਦੂਜੇ ਦੇ ਵਿੱਚੋਂ ਘਟਾ ਦੇਣਾ। A - B ਕੀਤਾ, A ਦੀ ਵੈਲਿਊ 10 ਹੈ, B ਦੀ 20 ਹੈ, ਤਾਂ ਆਊਟਪੁੱਟ ਆਪਣੇ ਕੀ ਆ ਗਈ, ਰਿਜ਼ਲਟ ਆਪਣਾ ਆ ਗਿਆ -10। ਤੀਜਾ ਹੈਗਾ ਬੇਟਾ ਮਲਟੀਪਲਾਈ ਦਾ ऑपरेंड। ਮਲਟੀਪਲਾਈ ਦਾ ऑपरेटर ਕੀ ਕਰਦਾ, ਦੋ ऑपरेंड ਦੀ ਆਪਸ 'ਚ ਮਲਟੀਪਲਾਈ ਕਰਦਾ। A × B = ਕਿੰਨਾ ਆ ਗਿਆ 200। ठीक है जी, एक की वैल्यू 10 है, दूजी की 20 है, दोनों की गुणा करांगे तो कितना आ जाऊगा 200। तीजा है डिवाइड द ऑपरेटर। डिवाइड द ऑपरेटर की करता, दो नूं डिवाइड करता, दो वैरीएबल नूं, दो ऑपरेंड्स नूं आपस दे विच की करता डिवाइड करता। यानी B / A किया, हुण B की वैल्यू 20 है, 20 / 10 करांगे तो आउटपुट कितनी आऊगी 2 आएगी। मॉडुलस ऑपरेटर जिहड़ा आपां कल कीता सी, मॉडुलस ऑपरेटर ये अपना रिमाइंडर दसदा है। दो वैरीएबल नूं आपस दे विच डिवाइड करांगे तो रिमाइंडर कितना बचेगा, यही ऑपरेंड आपां नूं यह दसेगा। तो आपां इत्थे कीता B मॉडुलस A। B की वैल्यू कितनी है 20, A की वैल्यू कितनी है 10, तो 10 नूं 20 नाल डिवाइड करांगे तो मॉडुलस जिहड़ा अपना कितना आएगा 0 आएगा। उस तो बाद ये आ गए बेटा दोनों यूनरी ऑपरेटर, प्लस प्लस माइनस माइनस। हुण इहदा मतलब की हुंदा है, इनक्रीज द वैल्यू ऑफ इंटीजर बाय 1। एक वैल्यू इनक्रीज होएगी जे तुसी कदे भी लिखता A++, ਇਹਦਾ मतलब A की वैल्यू 10 सी, जिथे तुसी लिखता ना A++, उत्थे A की वैल्यू हुण कितनी हो जूगी, 1 इनक्रीज हो जूगी, 10 तो कितनी हो जूगी 11 हो जाएगी। दूसरा डिक्रीमेंट ऑपरेटर, जिथे तुसी A- लिखता तो A की जिन्नी वैल्यू सी, A की वैल्यू कितनी सी 10 तो बाद माइनस लिखता, हुण A की वैल्यू कितनी हो जूगी 1 घट जाएगी। 1 इनक्रीज करने वास्ते प्लस, 1 डिक्रीज करने वास्ते माइनस। ये अपने हैगे अर्थमैटिक ऑपरेटर, जिहदे विचों 5 का प्रोग्राम आपां करता, तो इनक्रीमेंट ते डिक्रीमेंट का प्रोग्राम मैं तुहानूं करवा दांगी। यह यूनरी ऑपरेटर आपां पिछे कीता ना, साइज ऑफ दे नाल एक यूनरी ऑपरेटर हुंदे आ। यूनरी ऑपरेटर जिन्हां नूं परफॉर्म करने वास्ते आपां नूं एक वैरीएबल की लोड़ पैंदी है। तो इत्थे लिखो ना A++, ਇਹਦਾ मतलब की है कि ए दे विच एक दा इनक्रीमेंट, बट परफॉर्म वास्ते वैरीएबल कितना चाहिए आपां नूं, इको ही चाहिए, ए ही चाहिए है ना। ਇਹਦਾ प्रोग्राम करवावांगी, दैन कंसैप्ट तुहानूं ज़्यादा क्लीयर हो जाएगा। ठीक है जी। नैक्सट पुत आ गए अपने रिलेशनल ऑपरेटर। रिलेशनल ऑपरेटर जिहड़े दो वैरीएबल का आपस दे विच रिलेशनशिप दसन, वैरीएबल है ऑपरेंड है, उन्हां दा आपस दे विच रिलेशनशिप दसन। रिलेशनशिप की हुंदा है, पहला हैगा इक्वल टू, डबल इक्वल टू का साइन लग्या ना, 2 बार इक्वल टू का साइन लग्या वैरी ऑपरेंट का नाम, फिर वो डिस्क्रिप्शन है, फिर वो एग्जाम्पल है। मान लो A की वैल्यू 10 है तो B की वैल्यू कितनी है 20। ये पहला है चैक इफ द वैल्यू ऑफ ऑपरेंड, दो ऑपरेंड की वैल्यू आर इक्वल और नॉट, भी उन्हों की वैल्यू इक्वल है या नहीं है। अगर इक्वल है दैन आउटपुट की आऊगी ट्रू, तो जे इक्वल नहीं है दैन आउटपुट आएगी नॉट ट्रू। हुण इत्थे एग्जाम्पल है, A की वैल्यू 10 है, B की 20 है, तो A = B है नहीं, इट इज़ नॉट ट्रू। फिर आ गया चैक इफ द वैल्यू ऑफ टू ऑपरेंड आर इक्वल एंड नॉट इक्वल। ये है नॉट इक्वल टू द ऑपरेंड, नॉट इक्वल टू पहला अलैस साइन लगेगा, फिर इक्वल टू का साइन लगेगा, सिंगल इक्वल टू लगेगा। हुण A B दे इक्वल नहीं है, यस ये ट्रू है कि A की वैल्यू 10 है, B की वैल्यू 20 है, ना मतलब दोनों वैल्यूज़ बराबर नहीं है। तो वो भी अपने तो यही पूछ रहे हैं ना कि A नॉट इक्वल टू B। तीजा है ग्रेटर दैन द सिंबल। चैक करो कि लैफ्ट हैंड साइड जिहड़ा ऑपरेंड है ओदी वैल्यू राइट हैंड ऑपरेंड तो वड्डी है। तो लैफ्ट हैंड की है A, तो राइट हैंड की है B। A की वैल्यू कितनी है 10, B की वैल्यू कितनी है 20। कि 10 ग्रेटर दैन है 20 तो नहीं, कंडीशन की है फॉल्स, इस करके की आऊगा नॉट ट्रू। नैक्सट है लैस दैन द साइन। चैक करो कि लैफ्ट हैंड साइड जिहड़ा ऑपरेंड है ओदी वैल्यू राइट हैंड साइड ऑपरेंड है वो तो घट है, यस ये ट्रू है क्योंकि 10 की वैल्यू लैस दैन की तो है 20 तो। नैक्सट है ग्रेटर दैन और इक्वल टू। जे वो तो वड्डा है, हो सकता है दोनों की वैल्यू 10 होंगी, जो वड्डा नहीं तो बराबरता है फिर ये ट्रू आती, बट हुण A की वैल्यू 10 है, B की 20 है, दैन ये की आऊगा अगेन फॉल्स आऊगा। ना तो A की वैल्यू B तो ग्रेटर है, ना ही A की वैल्यू B के बराबर है।
ਨੈਕਸਟ ਹੈ ਇਫ ਚੈੱਕ ਦਾ ਲੈਸ ਦੈਨ ਐਨ ਇਕੁਅਲ ਟੂ, ਇਹਦਾ ਮਤਲਬ ਕੀ ਹੈ ਕਿ ਜਾਂ ਤਾਂ ਲੈਸ ਦੈਨ ਹੋਵੇ ਜਾਂ ਇਕੁਅਲ ਹੋਵੇ। ਹੁਣ a ਦੀ ਵੈਲਿਊ b ਦੇ ਇਕੁਅਲ ਤਾਂ ਨਹੀਂ ਹੈ ਕਿਉਂਕਿ a ਦੀ ਵੈਲਿਊ 10 ਹੈ, b ਦੀ 20 ਹੈ, ਬਟ a ਦੀ ਵੈਲਿਊ b ਤੋਂ ਛੋਟੀ ਜ਼ਰੂਰ ਹੈ, ਇਸ ਕਰਕੇ ਇੱਥੇ ਕੀ ਆਏਗਾ, ਟਰੂ ਆਏਗਾ। ਇਹਦਾ ਮਤਲਬ ਇਹ ਹੈਗੇ ਆਪਣੇ ਰਿਲੇਸ਼ਨਲ ਆਪਰੇਟਰ ਜਿਹੜੇ ਇਹ ਦੱਸਦੇ ਹੈ ਕਿ ਦੋ ਆਪਰੈਂਡ ਦੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਹੈ, ਕਿ ਉਹ ਇੱਕੋ ਦੂਜੇ ਦੇ ਇਕੁਅਲ ਹੈ, ਕਿ ਉਹ ਇੱਕ ਦੂਜੇ ਦੇ ਇਕੁਅਲ ਨਹੀਂ ਹੈ, ਕਿ ਪਹਿਲਾ ਦੂਜੇ ਤੋਂ ਗ੍ਰੇਟਰ ਹੈ, ਕਿ ਪਹਿਲਾ ਦੂਜੇ ਤੋਂ ਸਮੋਲਰ ਹੈ, ਕਿ ਪਹਿਲਾ ਦੂਜੇ ਤੋਂ ਗ੍ਰੇਟਰ ਦੈਨ ਔਰ ਇਕੁਅਲ ਟੂ ਹੈ, ਕਿ ਪਹਿਲਾ ਦੂਜੇ ਤੋਂ ਲੈਸ ਦੈਨ ਔਰ ਇਕੁਅਲ ਟੂ ਹੈ। ਇਹਦਾ ਪ੍ਰੋਗਰਾਮ ਆਪਾਂ ਅੱਜ ਕੱਲ ਕਰ ਲਾਂਗੇ, ਠੀਕ ਹੈ, ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਾਂਗੇ। ਨੈਕਸਟ ਹੈ ਬੇਟਾ ਲੌਜੀਕਲ ਆਪਰੇਟਰ। ਲੌਜੀਕਲ ਆਪਰੇਟਰ ਬੇਟਾ ਤਿੰਨ ਤਰ੍ਹਾਂ ਦੇ ਗੇਟ ਆਪਾਂ ਕਰਦੇ ਹਾਂ, ਤੁਸੀਂ ਆਈਟੀ ਦੇ ਫੰਡਾਮੈਂਟਲ ਆਫ ਆਈਟੀ ਦੇ ਵਿੱਚ ਵੀ ਇਹ ਕਰੋਗੇ। ਪਹਿਲਾ ਹੈਗਾ ਐਂਡ, ਦੂਜਾ ਹੈਗਾ ਔਰ, ਤੀਜਾ ਹੈਗਾ ਨੋਟ। ਐਂਡ ਦਾ ਮਤਲਬ ਕੀ ਹੈ, ਜਦੋਂ A ਵੀ ਨੋਨ ਜ਼ੀਰੋ ਹੈ, B ਵੀ ਨੋਨ ਜ਼ੀਰੋ ਹੈ, ਯਾਨੀ A ਦੀ ਵੈਲਿਊ B ਟਰੂ ਹੋਵੇ, B ਦੀ ਵੈਲਿਊ B ਟਰੂ ਹੋਵੇ, ਦੈਨ ਕੀ ਹੋਏਗਾ, ਇਹ ਕੰਡੀਸ਼ਨ ਟਰੂ ਹੋਏਗੀ, ਅਦਰਵਾਈਜ਼ ਕੀ ਹੋਏਗੀ, ਫਾਲਸ ਹੋਏਗੀ। ਠੀਕ ਹੈ ਜੀ। ਲੌਜੀਕਲ ਆਪਰੇਟਰ ਇਫ ਬੋਥ ਦਾ ਆਪਰੈਂਡਸ ਆਰ ਨੋਨ ਜ਼ੀਰੋ ਦੈਨ ਦਾ ਕੰਡੀਸ਼ਨ ਬਿਕਮ ਟਰੂ, ਅਦਰਵਾਈਜ਼ ਕੰਡੀਸ਼ਨ ਬਿਕਮ ਫਾਲਸ। ਲੌਜੀਕਲ ਔਰ ਦਾ ਮਤਲਬ ਹੁੰਦਾ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਵੀ ਨੋਨ ਜ਼ੀਰੋ ਹੈ, ਦੈਨ ਇਹ ਕੰਡੀਸ਼ਨ ਕੀ ਹੋਊਗੀ, ਟਰੂ ਹੋਏਗੀ। ਦੋਨਾਂ ਦੇ ਵਿੱਚੋਂ ਇੱਕ ਵੀ ਵੈਲਿਊ ਨੋਨ ਜ਼ੀਰੋ ਹੈ, ਦੈਨ ਕੰਡੀਸ਼ਨ ਕੀ ਹੋਏਗੀ, ਟਰੂ ਹੋਏਗੀ। A ਦੀ ਵੈਲਿਊ ਆਪਾਂ 0 ਲੈ ਲਈ, B ਦੀ ਵੈਲਿਊ 1 ਲੈ ਲਈ ਤਾਂ ਵੀ ਟਰੂ ਹੋਏਗੀ, A ਦੀ 1 ਲੈ ਲਈ, B ਦੀ 0 ਲੈ ਲਈ ਤਾਂ ਵੀ ਇਹ ਟਰੂ ਹੋਏਗੀ। ਦੋਨਾਂ 'ਚੋਂ ਇੱਕ ਵੈਲਿਊ ਕੀ ਹੋਣੀ ਚਾਹੀਦੀ ਹੈ, 1 ਹੋਣੀ ਚਾਹੀਦੀ ਹੈ। ਤੇ ਐਂਡ ਆਪਰੇਟਰ 'ਚ ਦੋਨੇ 1 ਹੋਣੀਆਂ ਚਾਹੀਦੀਆਂ ਨੇ, ਦੋਨੇ 1 ਹੈ ਤਾਂ ਆਊਟਪੁੱਟ ਟਰੂ ਆਊਗਾ, ਦੋਨਾਂ 'ਚ ਇੱਕ ਵੀ ਫਾਲਸ ਹੈ ਤਾਂ ਆਊਟਪੁੱਟ ਕੀ ਆਏਗਾ, ਫਾਲਸ ਆਏਗਾ। ਨੋਟ ਆਪਰੇਟਰ, ਨੋਟ ਆਪਰੇਟਰ ਉਲਟਾ ਹੁੰਦਾ ਹੈ। ਮੰਨ ਲਓ ਕਿ ਇੱਥੇ 0 ਹੈ ਤਾਂ 1 ਆਏਗਾ, 1 ਹੈ ਤਾਂ 0 ਆਏਗਾ, ਕਿ ਕੰਡੀਸ਼ਨ ਟਰੂ ਹੈ ਤਾਂ ਫਾਲਸ ਰਿਜ਼ਲਟ ਆਉਣਗੇ, ਫਾਲਸ ਹੈ ਤਾਂ ਟਰੂ ਰਿਜ਼ਲਟ ਆਉਣਗੇ। ਇਹ ਜਿਹੜੇ ਲੌਜੀਕਲ ਆਪਰੇਟਰ ਨਾ ਆਪਾਂ ਇਫ ਕੰਡੀਸ਼ਨ ਦੇ ਵਿੱਚ ਯੂਜ਼ ਕਰਾਂਗੇ, ਅਗਲੇ ਚੈਪਟਰ ਦੇ ਵਿੱਚ ਯੂਜ਼ ਕਰਾਂਗੇ, ਦੈਨ ਇਹ ਕਨਸੈਪਟ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਹੁਣ ਤੁਸੀਂ ਸਿਰਫ ਤੇ ਸਿਰਫ ਇਹਦੀ ਡੈਫੀਨੇਸ਼ਨ ਹੀ ਯਾਦ ਰੱਖਣੀ ਹੈ। ਨੈਕਸਟ ਹੈ ਬੇਟਾ ਬਿਟ ਵਾਈਜ਼ ਆਪਰੇਟਰ। ਬਿਟ ਵਾਈਜ਼ ਆਪਰੇਟਰ ਆਪਣੇ ਕੋਲ ਤਿੰਨ ਹੈ, ਐਂਡ ਔਰ ਨੋਟ। ਠੀਕ ਹੈ ਜੀ, ਐਂਡ ਔਰ ਨੋਟ ਤੇ XOR ਗੇਟ। ਠੀਕ ਹੈ, ਇਹਦੇ ਵਿੱਚ ਕੀ ਆਪਣੇ ਕੋਲ ਟੇਬਲ ਬਣੀ ਹੈ, P ਦੀ ਵੈਲਿਊ 0 0, P ਦੀ ਵੈਲਿਊ 0, Q ਦੀ ਵੈਲਿਊ ਵੀ 0, ਤੇ ਐਂਡ ਗੇਟ ਵਿੱਚ ਕੀ ਆਏਗਾ 0, ਔਰ ਗੇਟ ਵੀ ਕੀ ਆਏਗਾ 0, ਤੇ ਜਿਹੜਾ XOR ਗੇਟ ਹੈ ਉਹ ਵੀ ਕੀ ਆਏਗਾ 0। ਹੁਣ ਇਹਦੀ ਪ੍ਰੋਪਰਟੀ ਦੱਸ ਦਿੰਦੇ ਆ। ਜਿਹੜਾ ਐਂਡ ਗੇਟ ਹੈ, ਜਿਹੜਾ ਐਂਡ ਵਾਲਾ ਸਾਈਨ ਹੈ, ਇਹਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਦੋਨਾਂ P ਤੇ Q ਦੋਨਾਂ ਦੀ ਵੈਲਿਊ 1 ਆਏਗੀ ਦੈਨ ਆਊਟਪੁੱਟ 1 ਆਏਗਾ। ਅਗਰ ਦੋਨਾਂ ਦੇ ਵਿੱਚੋਂ ਇੱਕ ਦੀ ਵੈਲਿਊ ਵੀ 0 ਹੋਈ ਦੈਨ ਆਊਟਪੁੱਟ ਕੀ ਆਏਗਾ, 0 ਆਏਗਾ। ਨੈਕਸਟ ਹੈ P ਔਰ Q, ਇਹਦੇ ਵਿੱਚੋਂ ਦੋਨਾਂ ਦੇ ਵਿੱਚੋਂ ਇੱਕ ਦੀ ਵੈਲਿਊ ਵੀ 1 ਹੈ ਦੈਨ ਆਊਟਪੁੱਟ 1 ਆਏਗਾ, ਤੇ ਦੋਨੇ ਵੈਲਿਊ ਜਦੋਂ 0 ਹੈ ਸਿਰਫ ਉਹਦੀ ਆਊਟਪੁੱਟ 0 ਆਏਗਾ। XOR ਗੇਟ ਦੇ ਵਿੱਚ ਕੀ ਹੈ ਕਿ ਜਦੋਂ ਦੋਨੇ ਇੱਕ ਦੂਜੇ ਦੇ ਅਪੋਜ਼ਿਟ ਹੈ, ਯਾਨੀ P ਦੀ ਵੈਲਿਊ 0 ਹੈ, Q ਦੀ 1 ਹੈ, ਦੈਨ ਆਊਟਪੁੱਟ 1 ਆਏਗੀ। P ਦੀ ਵੈਲਿਊ 1 ਹੈ, Q ਦੀ 0 ਹੈ, ਦੈਨ ਆਊਟਪੁੱਟ ਕੀ ਆਏਗੀ, 1 ਆਏਗੀ। ਯਾਨੀ ਜਦੋਂ ਦੋਨੋਂ ਵੈਲਿਊ ਸੇਮ ਹੋਣੀਆਂ ਆਊਟਪੁੱਟ 0 ਆਏਗੀ, ਜਦੋਂ ਦੋਨੋਂ ਵੈਲਿਊ ਅਪੋਜ਼ਿਟ ਹੋਣੀਆਂ ਦੈਨ ਆਊਟਪੁੱਟ ਕੀ ਆਏਗੀ, 1 ਆਏਗੀ। ਹੁਣ ਇੱਥੇ ਆਪਾਂ ਅਸਿਊਮ ਕਰਕੇ ਚੱਲਦੇ ਹਾਂ A ਦੀ ਵੈਲਿਊ 60 ਹੈ, B ਦੀ ਵੈਲਿਊ 13 ਹੈ। ਇਹ ਸਾਰੇ ਆਪਰੇਸ਼ਨ ਆਪਾਂ ਇਹਦੇ ਉੱਤੇ ਬਿਟਵਾਈਜ਼ ਪਰਫਾਰਮ ਕਰਨੇ ਆ। A ਦੀ ਵੈਲਿਊ ਜਿਹੜਾ 60 ਹੈ, 60 ਦੀ ਬਾਈਨਰੀ ਇਕੁਇਵਲੈਂਟ ਆਪਾਂ ਇੱਥੇ ਲਿਖਤਾ 0 0 1 1 1 1 0 0। B ਦਾ ਬਾਈਨਰੀ ਇਕੁਇਵਲੈਂਟ ਆਪਾਂ ਲਿਖਤਾ ਜਿਹੜਾ 13 ਹੈ, 13 ਨੂੰ ਬਾਈਨਰੀ ਫਾਰਮ ਦੇ ਵਿੱਚ ਆਪਾਂ ਲਿਖਦੇ ਹਾਂ 0 0 0 0 1 1 0 1। A ਦੀ ਵੈਲਿਊ 60 ਹੋ ਗਈ, B ਦੀ ਵੈਲਿਊ ਹੋ ਗਈ 13। ਹੁਣ ਇਹਨਾਂ ਦੋਨਾਂ ਦੇ ਵਿੱਚ ਐਂਡ ਗੇਟ ਪਰਫਾਰਮ ਕਰੋ। ਪਹਿਲੀ ਬਿਟ ਬੇਟਾ A ਦੀ 0 ਹੈ, B ਦੀ ਕਿੰਨੀ ਹੈ, ਇੱਧਰੋਂ ਸ਼ੁਰੂ ਕਰਨਾ ਰਾਈਟ ਹੈਂਡ ਸਾਈਡ ਤੋਂ, ਰਾਈਟ ਹੈਂਡ ਸਾਈਡ ਤੋਂ ਸ਼ੁਰੂ ਕਰਨਾ। A ਦੀ ਵੈਲਿਊ 0 ਹੈ, B ਦੀ ਵੈਲਿਊ ਕਿੰਨੀ ਹੈ 1 ਹੈ, ਤਾਂ ਆਊਟਪੁੱਟ ਕੀ ਆਊਗੀ ਇਹਦੀ 0, ਕਿਉਂਕਿ ਦੋਨੇ ਕੀ ਹੋਣੀ ਚਾਹੀਦੀ ਹੈ 1 1 ਹੋਣੀ ਚਾਹੀਦੀ ਹੈ। ਸੈਕਿੰਡ ਸਟੈਪ, ਸੈਕਿੰਡ ਬਿਟ ਦੇਖੋ, ਦੋਨੇ ਬਿਟ ਕੀ ਹੈ ਬੇਟਾ 0 0, ਇੱਥੇ ਵੀ ਆਊਟਪੁੱਟ ਕੀ ਆਏਗੀ 0 ਆਏਗੀ। ਮੈਂ ਆਹ ਵਾਲਾ ਸਿੰਬਲ ਕਰ ਰਹੀ ਹਾਂ, ਆਹ ਵਾਲਾ ਜਿਹੜਾ ਆਹ ਵਾਲਾ ਹੈਗਾ A ਤੇ B ਦੀ ਵੈਲਿਊ, ਇਹਨਾਂ ਦੋਨਾਂ ਦੇ ਉੱਤੇ ਪਹਿਲਾਂ ਮੈਂ ਗੇਟ ਪਰਫਾਰਮ ਕਰ ਰਹੀ ਹਾਂ ਐਂਡ ਵਾਲਾ, ਫਿਰ ਮੈਂ ਪਰਫਾਰਮ ਕਰਾਂਗੀ ਔਰ, ਫਿਰ ਪਰਫਾਰਮ ਕਰਾਂਗੀ XOR। ਠੀਕ ਹੈ ਜੀ, ਤੇ ਇੱਧਰ ਉਹਨਾਂ ਦੇ ਰਿਜ਼ਲਟ ਦਿੱਤੇ ਪਏ ਆ। A ਐਂਡ B ਦੀ ਵੈਲਿਊ ਕਿੰਨੀ ਆਈ ਹੈ, ਇੱਧਰੋਂ ਲੈਫਟ ਹੈਂਡ ਸਾਈਡ ਤੋਂ ਸ਼ੁਰੂ ਕਰਨਾ ਹੈ। 0 1 ਕਿੰਨਾ ਆਊਗਾ 0, 0 0 ਕਿੰਨਾ ਆਊਗਾ 0, 1 1 ਕਿੰਨਾ ਆਏਗਾ 1, 1 1 ਕਿੰਨਾ ਆਏਗਾ 1, 1 0 ਕਿੰਨਾ ਆਏਗਾ 0, 1 0 ਕਿੰਨਾ ਆਏਗਾ 0, 0 0 ਕਿੰਨਾ ਆਏਗਾ 0, 0 0 ਕਿੰਨਾ ਆਏਗਾ 0।
ਹੁਣ ਮੈਂ ਕਰਤਾ XOR गेट। XOR गेट ਦੇ ਵਿੱਚ ਦੋਨਾਂ ਦੇ ਵਿੱਚੋਂ ਇੱਕ ਵੈਲਿਊ ਵੀ 1 ਹੈ, ਦੈਨ ਆਊਟਪੁੱਟ ਕੀ ਆਏਗਾ 1 ਆਏਗਾ। 0 1 ਕਿੰਨਾ ਆਏਗਾ 1, 0 0 ਕਿੰਨਾ ਆਏਗਾ 0, 1 1 ਕਿੰਨਾ ਆਏਗਾ 1, 1 1 ਕਿੰਨਾ ਆਏਗਾ 1, 1 0 ਕੀ ਆਏਗਾ 1, 1 0 ਕੀ ਆਏਗਾ 1, 0 0 0 0 0 0। दैट इज़ XOR गेट। नैक्सट है एक्सक्लूसिव OR। एक्सक्लूसिव OR ਦੇ ਵਿੱਚ ਕੀ ਹੈ when both the bits are opposite then output is 1 otherwise 0। पहली बिट की है 0 1 एंड देन आउटपुट 1 आएगा, दोनों सेम है। नेक्स्ट बिट दोनों 0 0 आउटपुट 0 आएगा, दोनों बिट 1 1 है तो आउटपुट 1 आए 0 आएगा, सॉरी 1 1 है देन अगेन 0 आएगा, 1 0 है देन 1 आएगा, 1 0 है देन 1 आएगा। नेक्स्ट 2 बिट्स की है 0 0 0 0 है देन 0 0 आया। तो नॉट गेट, नॉट गेट की है कि अपोजिट ए दी वैल्यू जिन्नी भी है जिथे 0 है उत्थे 1 आ जाऊगा, जिथे 1 है उत्थे की आ जाऊगा 0 आ जाऊगा, यानी वह नेगेशन कर दो। ठीक है जी, अपोजिट नंबर रिवर्स कर दो, जो 1s है 0s कन्वर्ट हो जाएंगे, जो 0s है वो 1s के कन्वर्ट हो जाएंगे। दैट इज़ बिट वाइज ऑपरेटर। नैक्सट है बेटा असाइनमेंट ऑपरेटर। असाइनमेंट ऑपरेटर तो बेटा रिलेशनल ऑपरेटर के जो इक्वल टू का हैगा उन्होंने दोनों फर्क होंदा है। जे तो तुसी किसी भी वेरीएबल नू वैल्यू देनी है, फॉर एग्जाम्पल c इज़ इक्वल टू 10 ये करना है, आ लिखा हो ना c इज़ इक्वल टू 10, अगर ये चीज़ करनी है तो यदा मतलब की हुंदा हैगा कि जिहड़ा एक सिंगल इक्वल टू का साइन लाओ। जे तुसी दो वैल्यूज़ नू कंपेयर करना है, जिवें आपां पिछला रिलेशनल ऑपरेटर कीता सीगा जिहड़ा इत्थे करके गए ना पर रिलेशनल ऑपरेटर आ वाला, इत्थे डबल इक्वल टू का साइन लाया, इत्थे की लाया आपां डबल इक्वल टू। जो तो दो वैरीएबल नू कंपेयर करना है कि दोनों बराबर है या नहीं है, दैन आपां की लाने आ डबल इक्वल टू। जदों पहले वैरीएबल नू दूजी वैल्यू असाइन कराउणी है दैन अपने कोल असाइनमेंट ऑपरेटर हुंदा सिंगल इक्वल टू। ठीक है जी, असाइनमेंट ऑपरेटर दे नाल आपां किसी भी लैफ्ट हैंड साइड पे वैरीएबल नू राइट हैंड साइड पे वैल्यू असाइन करवावांगे। ठीक है जी, तेनू कदे भी नहीं बोलना c इज़ इक्वल टू 10, कदे भी नहीं बोलना, दैट इज़ c असाइन द वैल्यू 10। 10 वैल्यू किनू असाइन हुई है, c वेरीएबल में हुई है। सिंपल असाइनमेंट ऑपरेटर है, असाइन वैल्यू फ्रॉम राइट हैंड ऑपरेंड टू लैफ्ट हैंड ऑपरेंड। राइट हैंड साइड जो भी ऑपरेंड पे है उसकी वैल्यू किनू असाइन हो जाएगी, राइट लैफ्ट हैंड साइड जो ऑपरेंड पे है। पहला अपने को एग्जाम्पल की है c इज़ इक्वल टू 10, c इज़ इक्वल टू a प्लस बी, ये भी आप लिख सकते हैं, मतलब a प्लस बी की वैल्यू किनू असाइन होगी, c नू असाइन होगी। दूजा है प्लस एंड इक्वल टू का साइन ला दो, यदा मतलब दो चीज़ां करनियां, एक तो ऐड करना है तो एक असाइन कराउणा है। यदा मतलब की है कि c की जो भी वैल्यू सी ਉਹਦੇ ਵਿੱਚ 5 ऐड करके वैल्यू काह च स्टोर करवा दो, c च स्टोर करवा दो। तो इनू आप लिख सकते हैं c प्लस इक्वल टू 5 या लिख दो c इज़ इक्वल टू c प्लस 5। मान लो c की वैल्यू 10 है तो हुण जिहड़ी c की वैल्यू नवी होएगी वो होएगी 15 कि 10 वैल्यू दे विच 5 होर ऐड करके वैल्यू काहदे विच स्टोर करवाती, c नाम दे वेरीएबल नूं ही दोबारा असाइन करवाती। ये हैगा अपना असाइनमेंट ऑपरेटर प्लस दे नाल। फिर असाइनमेंट ऑपरेटर माइनस दे नाल, सेम एज इट इज़ c माइनस इक्वल टू 5। ਇਹਦਾ मतलब की है c की जो भी वैल्यू सी ਉਹਦੇ ਵਿੱਚੋਂ 5 ਮਾਈਨਸ ਕਰਕੇ c ਨੂੰ ਦੁਬਾਰਾ ਅਸਾਈਨ ਕਰਵਾ ਦਿਓ। ਇਹਦਾ मतलब ਕੀ ਹੋਇਆ कि c ਦੀ ਜਿਹੜੀ ਹੁਣ ਵੈਲਿਊ ਹੈ ਉਹ ਕਿੰਨੀ ਹੋ ਜਾਏਗੀ 5 ਹੋ ਜਾਏਗੀ। ਮਲਟੀਪਲਾਈ ਦਾ मतलब c ਮਲਟੀਪਲਾਈ ਇਕੁਅਲ ਟੂ 5 ਦਾ मतलब है c ਦੀ ਜੋ ਵੀ ਵੈਲਿਊ ਉਹਦੇ ਵਿੱਚ 5 ਦਾ ਮਲਟੀਪਲਾਈ ਕਰਕੇ c ਦੇ ਵਿੱਚ ਹੀ ਸਟੋਰ ਕਰਵਾ ਦਿਓ। डिवाइड इक्वल टू का मतलब है कि c की जी वैल्यू है उन्होंने 5 के नाल डिवाइड करके जी नवी वैल्यू आएगी उस स्टोर करवा दो। हूँ 10 डिवाइड बाय 5 करांगे कितनी वैल्यू आएगी 2, c की नवी वैल्यू आ जाएगी 2। मॉडुलस का मतलब है जो रिमाइंडर आएगा c मॉडुलस इक्वल टू 5 का मतलब है कि c का जी वैल्यू है उन्होंने 5 के नाल डिवाइड करके जी वैल्यू आएगी वो काहदे विच स्टोर करवा दो, c च ही स्टोर करवा दो। हुण वैल्यू वो हो जाएगी 0 क्योंकि मैं 10 डिवाइड बाय 5 करांगे तो मॉडुलस कितना आएगा 0, रिमाइंडर कितना आएगा 0। नैक्सट है बिटवाइज असाइनमेंट ऑपरेटर। ਇਹਦਾ मतलब की है कि ਜਿਹੜਾ c ਦੀ वैल्यू है ਉਹਦੇ ਵਿੱਚ बाइनरी इक्विवेलेंट 2 है जी ਉਹਦੀ वैल्यू जोड़ के c ਦੇ ਵਿੱਚ असाइन करवा दी जाए। ਜਿਹੜਾ एक्सक्लूसिव और ਉਹਦਾ मतलब की है कि c ਦੀ ਜਿਹੜੀ वैल्यू ਉਹਦੇ ਵਿੱਚ 2 ਦਾ बाइनरी इक्विवेलेंट ਉਹਦੇ ਨਾਲ एक्सक्लूसिव और परफॉर्म करके दैन स्टोर करवा दी जाए। ये सारे प्रोग्राम ਜਿਹੜੇ भी है ना ਜਿਹੜੇ ਆਪਾਂ ऑपरेटर करते हैं ना मैं सारिਆਂ ਦਾ एक प्रोग्राम ਤੁਹਾਨੂੰ ਕਰਵਾਵਾਂਗੀ ਜਿਹਦੇ ਨਾਲ ਤੁਹਾਨੂੰ ਕਨਸੈਪਟ ज़्यादा क्लीयर हो जाएगा। फिलहाल ਤੁਸੀਂ ਇਹਨਾਂ ਦੀ ਡੈਫੀਨੇਸ਼ਨ याद रखनी है कि असाइनमेंट ऑपरेटर किन्ने तरह के होंगे ਜਿਹੜੇ ਆਪਾਂ यूज़ करने ने।
ਨੈਕਸਟ ਹੈ ਮਿਸਲੇਨੀਅਸ ਆਪਰੇਟਰ। ਮਿਸਲੇਨੀਅਸ ਆਪਰੇਟਰ ਦੇ ਵਿੱਚ ਪਹਿਲਾ ਆਉਂਦਾ ਬੇਟਾ ਸਾਈਜ਼ ਆਫ ਆਪਰੇਟਰ। ਸਾਈਜ਼ ਆਫ ਆਪਰੇਟਰ ਇਹ ਦੱਸਦਾ ਹੈ ਕਿ ਪਰਟੀਕੂਲਰ ਵੈਰੀਏਬਲ ਕਿੰਨੀ ਮੈਮਰੀ ਸਪੇਸ ਲੈਂਦਾ। ਫੋਰ ਐਗਜ਼ਾਮਪਲ ਅਗਰ ਇਹ ਇੰਟੀਜ਼ਰ ਹੈ ਤਾਂ ਉਹ ਕਿੰਨਾ ਰਿਟਰਨ ਕਰਵਾਏਗਾ 4, ਬਾਈ ਡਿਫਾਲਟ 4 ਰਿਟਰਨ ਕਰਵਾਏਗਾ। ਅਦਰਵਾਈਜ਼ ਜਿਹੜੇ ਇੰਟੀਜ਼ਰ ਵੈਲਿਊਜ਼ ਹੁੰਦੀਆਂ ਨੇ ਉਹ 2 ਬਾਈਟ ਸਟੋਰ ਕਰਵਾਉਂਦੀਆਂ ਨੇ। ਨੈਕਸਟ ਹੈ ਐਡਰੈਸ ਸਾਈਨ। ਐਡਰੈਸ ਸਾਈਨ ਦੱਸਦਾ ਕਿ ਇਹ ਪਰਟੀਕੂਲਰ ਵੈਰੀਏਬਲ ਕਿਹੜੇ ਐਡਰੈਸ ਤੇ ਸਟੋਰ ਹੋਇਆ ਪਿਆ ਹੈ, ਕਿਹੜੇ ਮੈਮਰੀ ਐਡਰੈਸ ਤੇ ਸਟੋਰ ਹੋਇਆ ਪਿਆ। ਇਹਦਾ ਬੇਟਾ ਇੱਕ ਪੂਰਾ ਚੈਪਟਰ ਹੈ ਪੁਆਇੰਟਰ ਦਾ, ਜਿਹਦੇ ਵਿੱਚ ਪੁਆਇੰਟਰ ਆਹ ਵਾਲਾ ਐਡਰੈਸ ਤੇ ਪੁਆਇੰਟਰ ਇਹ ਦੋਨੇ ਵੈਰੀਏਬਲ ਆਪਾਂ ਜਿਹੜੇ ਆਪਰੇਟਰ ਆਪਾਂ ਯੂਜ਼ ਕਰਾਂਗੇ। ਅੱਗੇ ਪੁਆਇੰਟਰ ਵੈਰੀਏਬਲ ਫਿਲਹਾਲ ਤੁਸੀਂ ਨਾਮ ਯਾਦ ਰੱਖਣਾ ਹੈਗਾ ਕਿ ਸਾਈਜ਼ ਆਫ ਆਪਰੇਟਰ ਤੇ ਐਂਡ ਆਪਰੇਟਰ ਤੇ ਤੁਹਾਡਾ ਸਟਾਰ ਆਪਰੇਟਰ, ਇਹ ਪੁਆਇੰਟਰ ਆਪਰੇਟਰ ਹੈਗਾ, ਠੀਕ ਹੈ ਜੀ। ਇਹ ਵੈਰੀਏਬਲ ਦਾ ਐਡਰੈਸ ਸਪੈਸੀਫਾਈ ਕਰਦੇ ਹੁੰਦੇ ਆ। ਨੈਕਸਟ ਹੈ ਕੰਡੀਸ਼ਨਲ ਆਪਰੇਟਰ। ਕੰਡੀਸ਼ਨਲ ਆਪਰੇਟਰ ਇਹ ਕੰਡੀਸ਼ਨ ਵਾਸਤੇ ਯੂਜ਼ ਹੁੰਦਾ ਕਿ ਕੰਡੀਸ਼ਨ ਟਰੂ ਹੈ ਦੈਨ ਪਹਿਲਾ ਕੰਮ ਹੋ ਜਾਏ, ਅਦਰਵਾਈਜ਼ ਦੂਜਾ ਕੰਮ ਹੋ ਜਾਏ। ਇਹ ਵੀ ਆਪਾਂ ਹਾਲੇ ਨਹੀਂ ਕਰਨਾ, ਜਦੋਂ ਅਗਲਾ ਚੈਪਟਰ ਕਰਾਂਗੇ। ਫਿਲਹਾਲ ਤੁਸੀਂ ਸਿਰਫ ਇਹਦੀ ਡੈਫੀਨੇਸ਼ਨ ਯਾਦ ਰੱਖਣੀ ਹੈ ਕਿ ਇਹ ਤੁਹਾਡੇ ਆਪਰੇਟਰਸ ਨੇ। ਬੇਟਾ ਅੱਜ ਜੋ ਵੀ ਆਪਾਂ 7 ਟਾਈਪਸ ਦੇ ਜਿਹੜੇ ਆਪਰੇਟਰ ਸੀਗੇ ਉਹ ਆਪਾਂ ਡਿਸਕਸ ਕੀਤੇ ਨੇ। ਅਲੱਗ-ਅਲੱਗ ਟਾਈਪ ਦੇ ਅਰਥਮੈਟਿਕ ਆਪਰੇਸ਼ਨ, ਰਿਲੇਸ਼ਨ ਆਪਰੇਸ਼ਨ, ਲੌਜੀਕਲ ਆਪਰੇਸ਼ਨ, ਠੀਕ ਹੈ, ਬਿਟ ਵਾਈਜ਼ ਆਪਰੇਟਰ। ਫਿਰ ਉਸ ਤੋਂ ਬਾਅਦ ਹੈਗੇ ਆਪਣੇ ਮਿਸਲੇਨੀਅਸ ਜਿਹੜੇ ਸਾਈਜ਼ ਆਫ ਹੈ, ਕੰਡੀਸ਼ਨਲ ਆਪਰੇਟਰ ਹੈ, ਠੀਕ ਹੈ। ਤਾਂ ਇਹਨਾਂ ਸਾਰੇ ਆਪਰੇਟਰਸ ਨੂੰ ਆਪਾਂ ਅਲੱਗ-ਅਲੱਗ ਤਰੀਕੇ ਨਾਲ ਪਰਫਾਰਮ ਕਰਦੇ ਹਾਂ, ਇਹਨਾਂ ਨਾਲ ਕੈਲਕੂਲੇਸ਼ਨਸ ਕੈਲਕੂਲੇਟ ਕਰਦੇ ਹਾਂ, ਜਿਨ੍ਹਾਂ ਦੇ ਵਿੱਚੋਂ ਆਪਾਂ ਅਰਥਮੈਟਿਕ ਆਪਰੇਟਰ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਰਾਹੀਂ। ਤੇ ਨੈਕਸਟ ਜਿਹੜਾ ਵੀਡੀਓ ਹੈ ਤੁਹਾਨੂੰ ਮੈਂ ਰਿਲੇਸ਼ਨਲ ਆਪਰੇਟਰ ਦੇ ਵੀਡੀਓ ਪ੍ਰੋਗਰਾਮ ਬਣਾ ਕੇ ਵੀਡੀਓ ਸੈਂਡ ਕਰ ਦਾਂਗੀ, ਠੀਕ ਹੈ ਜੀ। ਥੈਂਕ ਯੂ ਸੋ ਮਚ ਫॉर ਵਾਚਿੰਗ ਬੇਟਾ। ਅਗਰ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ। ਓਕੇ ਬੱਚੇ।